ਮੁਸ਼ਕਿਲ ਹੋਏ, ਪਰ ਮੈਨੂੰ ਇੰਨਾ ਕੁ ਪਤਾ ਹੈ ਕਿ ਜਿਹੜੇ ਪੁਰਾਣੇ ਸ਼ਾਇਰਾਂ ਚੋਂ ਚਰਚਿਤ ਸੀਗੇ ਉਹਨਾਂ ਵਿੱਚ ਗੁਰਚਰਨ ਰਾਮਪ੍ਰੀਤ ਸੀਗੇ। ਉਹ ਵੈਨਕੂਵਰ ਦੇ ਇਲਾਕੇ ਦੇ ਵਿੱਚ ਰਹਿੰਦੇ ਸੀਗੇ, ਤਾਂ ਪੁਰਾਣੇ ਸ਼ਾਇਰਾਂ ਚੋਂ ਤਾਂ ਮੇਰਾ ਖਿਆਲ ਹੈ ਉਹੀ ਇੱਥੇ ਚਰਚਿਤ ਸੀਗੇ। ਮੈਂ 1975 ਵਿੱਚ ਆਇਆ ਇੱਥੇ ਕੈਨੇਡਾ ਵਿੱਚ, ਤਾਂ ਉਦੋਂ ਕੀ ਤਕਰੀਬਨ ਇਕਬਾਲ ਰਾਮੂਵਾਲੀਆ ਇੱਥੇ ਆਇਆ ਤੇ ਇਸੇ ਤਰ੍ਹਾਂ ਸੁਰਿੰਦਰ ਤੰਜਲ 1972 ਵਿੱਚ ਆਇਆ ਇੱਥੇ, ਔਰ ਰਵਿੰਦਰ ਰਵੀ ਬ੍ਰਿਟਿਸ਼ ਕੋਲੰਬੀਆ ਚ ਆਇਆ, ਉਹ ਵੀ ਤਕਰੀਬਨ 1974 ਜਾਂ 75 ਚ ਆਇਆ। ਤਾਂ ਉਹਨਾਂ ਦਿਨਾਂ ਚ ਅਜਮੇਰ ਰੋਡੇ ਵੀ ਮੇਰਾ ਖਿਆਲ ਸਾਡੇ ਤੋਂ ਥੋੜੀ ਜਿਹੀ ਦੇਰ ਪਹਿਲੇ ਆਇਆ। ਤਾਂ ਇਹ ਤਕਰੀਬਨ ਸ਼ਾਇਰ ਸੀ ਜਿਨ੍ਹਾਂ ਦਾ ਉਹਨਾਂ ਦਿਨਾਂ ਦੇ ਵਿੱਚ ਚਰਚਾ ਸੀਗਾ। ਮੈਂ ਕੈਨੇਡਾ ਵਿੱਚ ਆਇਆ ਉਦੋਂ ਨਾ ਤਾਂ ਸੈੱਲ ਫੋਨ ਹੁੰਦੇ ਸੀ, ਨਾ ਈਮੇਲਾਂ ਹੁੰਦੀਆਂ ਸੀ, ਨਾ ਟੈਕਸਟ ਮੈਸੇਜ ਹੁੰਦੇ ਸੀ। ਇੱਕ ਰੈਗੂਲਰ ਫੋਨ ਹੁੰਦੇ ਸੀ, ਤਾਂ ਉਹ ਵੀ ਬੜੇ ਮਹਿੰਗੇ ਹੁੰਦੇ ਸੀ। ਤਾਂ ਉਹ ਵੀ ਅਸੀਂ ਕੋਈ ਲੋਕਲ ਕਾਲ ਵੀ ਕਰਨੀ ਹੁੰਦੀ ਸੀ ਤੇ ਕਈ ਵਾਰੀ ਬੜੀ ਮਹਿੰਗੀ ਪੈ ਜਾਂਦੀ ਸੀ। ਲੌਂਗ ਡਿਸਟੈਂਸ ਕਾਲਾਂ ਕਰੀਦੀਆਂ ਸੀ ਤਾਂ ਕਈ ਵਾਰੀ $100 ਦੀ $200 ਦੀ ਕਾਲ ਪੈ ਜਾਂਦੀ ਸੀ। ਔਰ ਜ਼ਿਆਦਾ ਕਰਕੇ ਤਾਂ ਚਿੱਠੀਆਂ ਹੀ ਲਿਖੀਆਂ ਜਾਂਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ। ਅਸੀਂ ਕਿਸੇ ਅਖਬਾਰ ਨੂੰ ਵੀ ਕੋਈ ਚੀਜ਼ ਭੇਜਣੀ ਹੁੰਦੀ ਸੀ ਤਾਂ ਚਿੱਠੀ ਰਾਹੀਂ ਭੇਜਦੇ ਸੀ। ਕੋਈ ਜਿਵੇਂ ਮੈਂ ਪਹਿਲੇ ਕਿਹਾ ਕਿ ਈਮੇਲ ਦਾ ਸਿਸਟਮ ਹੁੰਦਾ ਹੀ ਨਹੀਂ ਸੀ, ਸੈੱਲ ਫੋਨ ਵੀ ਨਹੀਂ ਸੀ ਕਿਸੇ ਨੂੰ ਕਾਲ ਕਰ ਸਕਦੇ। ਤਾਂ ਜਾਂ ਕਿਸੇ ਨੂੰ ਦੱਸਣਾ ਹੁੰਦਾ ਸੀ ਵੀ ਹਾਂ ਇਸ ਨੂੰ ਰਚਨਾ ਭੇਜ ਦਿੱਤੀ ਹੈ, ਤਾਂ ਉਹ ਵੀ ਫੋਨ ਕਰਕੇ ਅਸੀਂ ਦੱਸਿਆ ਜਾਂਦਾ ਸੀ। ਲੌਂਗ ਡਿਸਟੈਂਸ ਕੈਨੇਡਾ ਦੇ ਅੰਦਰ ਵੀ ਲੌਂਗ ਡਿਸਟੈਂਸ ਕਾਲ ਕਰਨੀ ਹੁੰਦੀ ਸੀ ਤਾਂ ਬੜੀ ਮਹਿੰਗੀ ਹੁੰਦੀ ਸੀ। ਹੁਣ ਤਾਂ ਭਾਵੇਂ ਕਿ ਸੈੱਲ ਫੋਨ ਉੱਤੇ ਵੀ ਨਾਰਥ ਅਮਰੀਕਾ ਦੇ ਵੀ ਸਾਰੇ 'ਚ ਕਾਲ ਕਰ ਲਓ ਤਾਂ ਤਕਰੀਬਨ ਕੋਈ ਜ਼ਿਆਦਾ ਮਹਿੰਗੀ ਨਹੀਂ ਪੈਂਦੀ। ਇੰਡੀਆ 'ਚ ਵੀ ਕਾਲ ਕਰ ਲਓ ਤਾਂ ਕੋਈ ਜ਼ਿਆਦਾ ਮਹਿੰਗੀ ਨਹੀਂ ਪੈਂਦੀ। ਇੰਟਰਨੈਸ਼ਨਲ ਲੈਵਲ 'ਤੇ ਕਿਸੇ ਕੰਟਰੀ 'ਚ ਵੀ ਕਾਲ ਕਰਨੀ ਹੋ ਤਾਂ ਮਹਿੰਗੀ ਨਹੀਂ ਪੈਂਦੀ। ਪਰ ਉਦੋਂ ਬੜੀਆਂ ਮਹਿੰਗੀਆਂ ਹੁੰਦੀਆਂ ਸੀ। ਉਦੋਂ ਤਾਂ ਟੈਲੀਫੋਨ ਦਾ ਵੀ ਮਹੀਨੇ ਦਾ ਕਈ ਵਾਰੀ ਬਿੱਲ $800 $900 ਆ ਜਾਂਦਾ ਸੀ, ਜਦੋਂ ਕਿ ਸਾਡੀ ਇੰਨੀ ਇਨਕਮ ਵੀ ਨਹੀਂ ਸੀ ਕਈ ਵਾਰੀ ਇੰਨੀ ਹੁੰਦੀ ਮਹੀਨੇ ਦੀ ਵੀ ਇੰਨਾ ਟੈਲੀਫੋਨ ਦਾ ਬਿੱਲ ਆ ਜਾਂਦੀ ਸੀ। ਤਾਂ ਬਾਕੀ ਜਿੱਥੋਂ ਤੱਕ ਡਿਜੀਟਲ ਦਾ ਸਵਾਲ ਹੈਗਾ, ਡਿਜੀਟਲ ਜ਼ਿਆਦਾ ਕਰਕੇ ਤਾਂ ਮੈਂ ਕਹਾਂਗਾ ਕਿ ਮੈਂ ਤਕਰੀਬਨ ਸੰਨ 2000 ਦੇ ਕਰੀਬ ਡਿਜੀਟਲ ਦੀ ਕੈਨੇਡਾ ਦੇ ਵਿੱਚ ਸਟੱਡੀ ਕੀਤੀ। 1900 ਨਾ ਉਸ ਤੋਂ ਪਹਿਲੇ ਮੈਂ 1982 ਦੇ ਵਿੱਚ ਮੈਂ ਇੱਥੇ ਕੰਪਿਊਟਰ ਪ੍ਰੋਗਰਾਮਿੰਗ ਕੀਤੀ। ਤਾਂ ਉਹ ਮੈਂ ਕਹਾਂਗਾ ਕਿ ਮੈਂ ਤਕਰੀਬਨ 80-82 ਦੇ ਕਰੀਬ ਕੰਪਿਊਟਰ ਦੇ ਨਾਲ ਜੁੜ ਗਿਆ ਸੀ। ਪਰ ਡਿਜੀਟਲ ਵਰਲਡ ਜਿਹੜਾ ਜਿਹਨੂੰ ਅਸੀਂ ਸੀਰੀਅਸ ਲੈਵਲ ਤੇ ਕਿ ਮੈਂ ਡਿਜੀਟਲ ਵਰਲਡ ਨਾਲ ਕਦੋਂ ਜੁੜਿਆ, ਉਦੋਂ ਮੈਂ ਕਹਾਂਗਾ ਕਿ ਮੈਂ ਤਕਰੀਬਨ 2000 ਦੇ ਕਰੀਬ ਡਿਜੀਟਲ ਜਿਹੜੀ ਟੈਕਨੋਲੋਜੀ ਉਹਦੇ ਨਾਲ ਜੁੜਿਆ, ਕਿਉਂਕਿ ਮੈਂ ਕੈਨੇਡਾ ਦੇ ਵਿੱਚ ਹਾਈਟੈਕ ਇੰਡਸਟਰੀ ਦੀ ਸਟੱਡੀ ਕੀਤੀ ਸੀ। ਮੈਂ ਕਹਿੰਦਾ ਮੈਂ ਪਰਚਾ ਤਾਂ 1989 ਦੇ ਵਿੱਚ ਸੰਵਾਦ ਸ਼ੁਰੂ ਕੀਤਾ ਸੀ, ਔਰ 1989 ਤੋਂ ਅਸੀਂ ਹੁਣ ਤੱਕ ਲਗਾਤਾਰ ਪਬਲਿਸ਼ ਕਰ ਰਹੇ ਹਾਂ। ਸ਼ੁਰੂ ਦੇ ਵਿੱਚ ਤਾਂ ਇੱਥੇ ਦੇਖੋ ਬਹੁਤਾ ਕੁਝ ਹਿੱਸਾ ਅਸੀਂ ਹੱਥ ਨਾਲ ਲਿਖ ਕੇ ਪਬਲਿਸ਼ ਕਰਦੇ ਸੀ। ਤੇ ਜਿਹੜੀ ਫਿਰ ਸ਼ੁਰੂ ਦੇ ਵਿੱਚ 1999 ਦੇ ਕਰੀਬ ਉਦੋਂ ਮਲਟੀ ਲੈਂਗੁਏਜ ਸਾਫਟਵੇਅਰ ਆਇਆ ਸੀ, ਜਿਹਦੇ ਵਿੱਚ ਇੱਕ ਸਾਫਟਵੇਅਰ ਦੇ ਵਿੱਚ ਤਕਰੀਬਨ 32 ਲੈਂਗੁਏਜਸ ਹੁੰਦੀਆਂ ਸੀ। ਤਾਂ ਉਹਦੇ ਨਾਲ ਥੋੜਾ ਟਾਈਪ ਕਰੀਦਾ ਸੀ ਅਸੀਂ। ਪਰ ਉਦੋਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਦੋਂ ਕੋਈ ਡਿਜੀਟਲ ਵਰਡ ਆਇਆ, ਕਿਉਂਕਿ ਅਜੇ ਕੋਈ ਈਮੇਲ ਸਿਸਟਮ ਵਗੈਰਾ ਨਹੀਂ ਸੀ ਆਏ। ਇਹ ਹੈ ਕਿ ਉਦੋਂ ਟਾਈਪ ਅਸੀਂ ਕਰ ਸਕਦੇ ਸੀ ਕੰਪਿਊਟਰ ਨੂੰ। ਡਿਜੀਟਲ ਤਾਂ ਮੇਰਾ ਖਿਆਲ ਹੈ ਕਿ ਉਸ ਤੋਂ ਕੁਝ ਸਾਲਾਂ ਬਾਅਦ ਹੀ ਮੈਂ ਕਹਿ ਸਕਦਾ ਵੀ ਡਿਜੀਟਲ ਦੇ ਵਿੱਚ ਅਸੀਂ ਆਏ। ਦੇਖੋ ਉਦੋਂ ਹੀ ਚੰਗਾ ਲੱਗਦਾ ਸੀ, ਹੁਣ ਥੋੜਾ ਜਿਹਾ ਹੈ ਕਿ ਕੰਮ ਫਾਸਟ ਹੋ ਗਿਆ, ਕਿਉਂਕਿ ਹੁਣ ਬਹੁਤ ਸਾਰੇ ਦੋਸਤ ਨੇ ਜਿਹੜੇ ਜਾਂ ਲੇਖਕ ਨੇ ਜਿਹੜੇ ਸਾਰੀ ਦੁਨੀਆ ਚੋਂ ਪਹਿਲੇ ਤੇ ਕਿਤੋਂ ਵੀ ਕੋਈ ਰਚਨਾ ਨਹੀਂ ਹੁੰਦੀ ਸੀ ਤੇ ਲੋਕਾਂ ਨੇ ਹੱਥ ਨਾਲ ਲਿਖ ਕੇ ਭੇਜਦੇ ਹੁੰਦੇ ਸੀ ਜ਼ਿਆਦਾ, ਕਿਉਂਕਿ ਟਾਈਪ ਵੀ ਨਹੀਂ ਸੀ ਕੋਈ ਕਰਕੇ ਭੇਜਦਾ ਹੁੰਦਾ, ਕਿਉਂਕਿ ਕੰਪਿਊਟਰ ਟੈਕਨੋਲੋਜੀ ਹੁੰਦੀ ਨਹੀਂ ਸੀ।
1989 ਤੋਂ ਜਿਵੇਂ ਮੈਂ ਕਿਹਾ ਇਹ ਸੰਵਾਦ ਪਬਲਿਸ਼ ਕਰਦੇ ਸੀ, ਹਿੰਦੁਸਤਾਨ ਤੋਂ ਵੀ ਸਾਨੂੰ ਲਿਖਤਾਂ ਆਉਂਦੀਆਂ ਸੀ, ਇੰਗਲੈਂਡ ਤੋਂ ਵੀ ਆਉਂਦੀਆਂ ਸੀ, ਅਮਰੀਕਾ ਤੋਂ ਵੀ ਆਉਂਦੀਆਂ ਸੀ, ਪਾਕਿਸਤਾਨ ਤੋਂ ਵੀ ਆਉਂਦੀਆਂ, ਪਰ ਸਾਰੀਆਂ ਹੱਥ ਨਾਲ ਲਿਖੀਆਂ ਹੁੰਦੀਆਂ ਸੀ। ਤਾਂ ਹੁਣ ਇਹ ਹੈ ਕਿ ਫਾਸਟ ਹੋ ਗਿਆ ਸਾਰਾ ਕੁਝ, ਈਮੇਲ ਵੀ ਆ ਗਈ, ਕੰਪਿਊਟਰ ਟੈਕਨੋਲੋਜੀ ਵੀ ਆ ਗਿਆ, ਕੰਮ ਫਾਸਟ ਹੋ ਗਿਆ। ਜਦੋਂ ਕਿਸੇ ਨੂੰ ਕਹੀਦਾ ਕਿ ਹਾਂ ਯਾਰ ਕੋਈ ਰਚਨਾ ਭੇਜੀ ਤੇ ਵਿਦਨ 5 ਮਿੰਟਸ ਹੈ ਜਿਹੜੇ ਅਗਲੇ ਰਚਨਾ ਤੁਹਾਨੂੰ ਭੇਜ ਦਿੰਦੇ ਨੇ, ਕੰਮ ਫਾਸਟ ਹੋ ਗਿਆ। ਇਹ ਫਰਕ ਹੈ। ਮੈਂ ਖੁਦ ਵੀ ਹੱਥ ਨਾਲ ਲਿਖਦਾ ਹੈਗਾ ਰਚਨਾ ਪਹਿਲਾਂ, ਮੈਨੂੰ ਵੀ ਹੱਥ ਨਾਲ ਜਦ ਤੱਕ ਮੈਂ ਰਚਨਾ ਨਾ ਲਿਖਾਂ ਮੈਨੂੰ ਤਸੱਲੀ ਨਹੀਂ ਹੁੰਦੀ। ਮੈਂ ਹੁਣ ਵੀ ਬੈਠਾ, ਜਦ ਤੁਸੀਂ ਫੋਨ ਕੀਤਾ ਮੈਂ ਆਪਣਾ ਜਿਹੜਾ ਅਗਲਾ ਨਾਵਲ ਦੀ ਤਿਆਰੀ ਕਰ ਰਿਹਾ, ਨਾਵਲ ਲਿਖ ਰਿਹਾ ਹੈਗਾ ਮੈਂ ਕਰੋਨਾ ਦੇ ਉੱਤੇ, ਕਰੋਨਾ ਕਾਫਲੇ, ਤੇ ਮੈਂ ਉਹਦਾ ਪਹਿਲਾ ਡਰਾਫਟ ਲਿਖ ਰਿਹਾ ਹੈਗਾ। ਤਕਰੀਬਨ ਮੈਂ 18 ਚੈਪਟਰ ਉਹਦੇ ਲਿਖ ਚੁੱਕਾ, 19ਵਾਂ ਚੈਪਟਰ ਲਿਖ ਰਿਹਾ। ਮੈਂ ਪਹਿਲੇ ਹਰ ਚੀਜ਼ ਪਹਿਲੇ ਮੈਂ ਹੱਥ ਨਾਲ ਲਿਖਦਾ। ਉਹ ਕੰਪਿਊਟਰ ਤੇ ਜਦੋਂ ਮੈਂ ਟਾਈਪ ਕਰ ਦਿੰਦਾ ਉਦੋਂ ਮੈਨੂੰ ਪਤਾ ਹੁੰਦਾ ਕਿ ਮੈਂ ਇਹਨੂੰ ਭਾਵੇਂ ਹੁਣ 2 ਵਾਰੀ ਰਿਵਾਈਜ਼ ਕਰ ਲਾਂ, 3 ਵਾਰੀ ਕਰ ਲਾਂ, 4 ਵਾਰੀ ਕਰ ਲਾਂ, ਤਾਂ ਉਹ ਸੌਖ ਹੋ ਗਈ ਵੀ ਤੁਹਾਨੂੰ ਜੇ ਹੱਥ ਨਾਲ ਲਿਖਦੇ ਆ ਤੇ ਫਿਰ ਸਾਰੀ ਚੀਜ਼ ਤੁਹਾਨੂੰ ਦੁਬਾਰਾ ਲਿਖੀ ਰਹਿੰਦੀ ਹੈ। ਮੇਰਾ ਖਿਆਲ ਹੈ ਪੰਜਾਬੀ ਦੇ 80% ਤੋਂ ਜ਼ਿਆਦਾ ਜਿਹੜੇ ਲੇਖਕ ਨੇ ਉਹਨਾਂ ਨੂੰ ਈਮੇਲ ਸਿਸਟਮ ਦਾ ਨਹੀਂ ਪਤਾ, ਉਹਨਾਂ ਨੂੰ ਟੈਕਸਟ ਮੈਸੇਜ ਦਾ ਨਹੀਂ ਪਤਾ, ਤੇ ਕਹਿਣ ਵਿੱਚ ਵੀ ਬਹੁਤ ਲੇਖਕ ਨੇ ਜਿਹੜੇ ਉਹ ਕੰਪਿਊਟਰ ਟੈਕਨੋਲੋਜੀ ਦੇ ਨਾਲ ਨਹੀਂ ਜੁੜੇ ਹੋਏ। ਤਾਂ ਇਹ ਕੋਈ ਬਲਕਿ ਹੈਰਾਨੀ ਵਾਲੀ ਵੀ ਕੋਈ ਗੱਲ ਨਹੀਂ, ਪਰ ਜਿਹੜੀ ਕੰਪਿਊਟਰ ਟੈਕਨੋਲੋਜੀ ਜਾਂ ਡਿਜੀਟਲ ਟੈਕਨੋਲੋਜੀ ਇਹਦਾ ਯੁੱਗ ਹੈ ਹੁਣ। ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਹਰ ਕੋਈ ਜਿਹੜਾ ਡਿਜੀਟਲ ਟੈਕਨੋਲੋਜੀ ਦੇ ਨਾਲ ਜੁੜੇਗਾ। ਹਾਂ ਬਿਲਕੁਲ, ਜਿਵੇਂ ਮੈਂ ਪਹਿਲੇ ਕਹਿ ਕੇ ਹਟਿਆ ਕਿ ਲੋੜ ਹੈ ਇਹਦੀ ਇੱਕ ਵਧੀਆ ਕੰਪਿਊਟਰ ਡਿਜੀਟਲ ਪਲੇਟਫਾਰਮ ਉਸਾਰਿਆ ਜਾਵੇ, ਪਰ ਉਹਦੇ 'ਚ ਧਿਆਨ ਰੱਖਿਆ ਜਾਵੇ ਕਿ ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ। ਚੰਗਾ ਪੰਜਾਬੀ ਸਾਹਿਤ ਹੈ ਜਿਹੜਾ ਉਹ ਲੋਕਾਂ ਨੂੰ ਦਿੱਤਾ ਜਾਵੇ, ਔਰ ਉਹਦੀ ਜਿਹੜੀ ਚੰਗੀ ਤਰ੍ਹਾਂ ਉਹਨੂੰ ਪੇਸ਼ ਕੀਤਾ ਜਾਵੇ। ਹੁਣ ਵੀ ਕਈ ਬੰਦੇ ਆ ਜਿਹੜੇ ਡਿਜੀਟਲ ਟੈਕਨੋਲੋਜੀ ਦਾ ਉਹਨਾਂ ਨੇ ਪਲੇਟਫਾਰਮ ਉਸਾਰੇ ਨੇ, ਪਰ ਉਹ ਬੜੇ ਘਟੀਆ ਤਰ੍ਹਾਂ ਦੇ ਪਲੇਟਫਾਰਮ ਸਾਰੇ ਨੇ। ਉਹ ਦੇਖਦੇ ਹੀ ਨਹੀਂ ਕਿ ਉਹ ਤੁਸੀਂ ਜਿਹੜਾ ਸਾਫਟਵੇਅਰ ਯੂਜ਼ ਕਰ ਰਹੇ ਹੋ ਉਹ ਪੜ੍ਹਨ ਯੋਗ ਵੀ ਹੈ ਕਿ ਨਹੀਂ। ਇੱਕ ਤਾਂ ਇਹ ਧਿਆਨ 'ਚ ਰੱਖਿਆ ਜਾਵੇ ਜਦੋਂ ਤੁਸੀਂ ਡਿਜੀਟਲ ਟੈਕਨੋਲੋਜੀ ਨੂੰ ਯੂਜ਼ ਕਰਨਾ ਤਾਂ ਬੜੇ ਵਧੀਆ ਸਾਫਟਵੇਅਰ ਹੋਵੇ, ਹਰ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਵਧੀਆ ਹੋਵੇ, ਦੇਖਣ 'ਚ ਵੀ ਵਧੀਆ ਲੱਗੇ ਜਿਹੜਾ ਪਲੇਟਫਾਰਮ ਹੈ ਤੁਹਾਡਾ, ਤੇ ਪੜ੍ਹਨ 'ਚ ਵੀ ਵਧੀਆ ਹੋਵੇ। ਪਿਛਲੇ ਥੋੜ੍ਹੇ ਸਮੇਂ ਤੋਂ ਹੀ ਕੰਪਿਊਟਰ ਦੇ ਉੱਤੇ ਪੰਜਾਬੀ ਟਾਈਪ ਦੀਆਂ ਜੋ ਸਮੱਸਿਆਵਾਂ ਆ ਰਹੀਆਂ ਸੀ ਉਹ ਬੜੀ ਤੇਜ਼ੀ ਨਾਲ ਦੂਰ ਵੀ ਹੋ ਰਹੀਆਂ, ਅਤੇ ਭਾਸ਼ਾਵਾਂ ਦਾ ਜਿਹੜਾ ਦੂਰੀ ਸੀਗੀ ਲਿਪੀਆਂਤਰਕ ਹੋਣ ਦੀ ਜਾਂ ਹੋਰ ਉਹ ਸਾਰਾ ਮਿਟ ਰਿਹਾ ਹੈ। ਪੰਜਾਬੀ ਟਾਈਪ ਕਰਨ ਦੇ ਵਿੱਚ ਜਿਵੇਂ ਫੌਂਟਾਂ ਇੱਕ ਦੂਜੇ ਦੇ ਵਿੱਚ ਕਨਵਰਟ ਕਰਨ ਦਾ ਜਾਂ ਹੋਰ ਉਹ ਸਾਰੀਆਂ ਵੀ ਜਿੰਨੀਆਂ ਸਮੱਸਿਆਵਾਂ ਸੀ ਇਹ ਆਪਣੇ ਪੱਧਰ 'ਤੇ ਕੁਝ ਸੰਸਥਾਵਾਂ ਵੱਲੋਂ ਵੀ ਅਤੇ ਕੁਝ ਵਿਅਕਤੀਗਤ ਪੱਧਰ 'ਤੇ ਵੀ ਇਹ ਸਾਰਾ ਕੁਝ ਹੋ ਰਿਹਾ। ਪਰ ਇਹ ਜਿਹੜੀ ਅਸਲ ਸਮੱਸਿਆ ਅੱਗੇ ਨਵੀਂ ਆ ਰਹੀ ਹੈ ਉਹ ਇਹ ਹੈ ਕਿ ਇਹ ਸਾਰਾ ਕੁਝ ਹੀ ਆਪਣੇ ਪੱਧਰ 'ਤੇ ਹੀ ਹੋ ਰਿਹਾ, ਜਾਂ ਇੱਕ ਦੂਜੇ ਦਾ ਤਾਲਮੇਲ ਨਹੀਂ ਹੈ। ਸੰਸਥਾਵਾਂ ਜੋ ਇਹਦੇ ਵਿੱਚ ਕੰਮ ਕਰ ਰਹੀਆਂ ਸੋ ਸਾਰਿਆਂ ਨੂੰ ਯੋਜਨਾਬੱਧ ਕਰਨ ਦੀ ਬੜੀ ਲੋੜ ਹੈ, ਤਾਂ ਕਿ ਉਹ ਸਾਰੇ ਹੀ ਇੱਕਮਤ ਹੋ ਕੇ ਇੱਕੋ ਹੀ ਢੰਗ ਤਰੀਕਾ ਇਹੋ ਜਿਹਾ ਅਪਣਾਉਣ ਜਿਹਦੇ ਨਾਲ ਹੋਰ ਸਾਰਾ ਇੱਕ ਦੂਜੇ ਨੂੰ ਆਪਣੇ ਜੋ ਕਵਿਤਾ ਜਾਂ ਕੁਛ ਜੋ ਵੀ ਆਪਣੀ ਲਿਖਤ ਉਹਨੂੰ ਸਾਂਝਾ ਕਰਨ ਦੇ ਵਿੱਚ ਹੋਰ ਸੌਖ ਹੋ ਸਕੇ, ਜਾਂ ਇੱਕ ਦੂਜੇ ਦੀ ਨੇੜਤਾ ਹੋ ਸਕੇ। ਜਾਂ ਜਿਹੜੇ ਪੰਜਾਬੀ ਕਵੀ ਵੱਖ-ਵੱਖ ਖਿੱਤਿਆਂ ਦੇ ਵਿੱਚ ਦੁਨੀਆ ਪੱਧਰ 'ਤੇ ਹੀ ਰਚਨਾਵਾਂ ਕਰ ਰਹੇ ਨੇ ਉਹਨਾਂ ਦਾ ਆਪਸ ਵਿੱਚ ਤਾਲਮੇਲ ਬਣਾਇਆ ਜਾ ਸਕੇ। ਇਸ ਤਰ੍ਹਾਂ ਦੇ ਉਪਰਾਲੇ ਕੰਪਿਊਟਰ ਦੇ ਵਿੱਚ ਵੀ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਵੇਂ ਇੱਥੇ ਕੈਨੇਡਾ ਦੇ ਵਿੱਚ ਹੀ ਗਦਰ ਪਾਰਟੀ ਦੇ ਕਵੀਆਂ ਤੋਂ ਲੈ ਕੇ ਅੱਜ ਤੱਕ ਸੈਂਕੜੇ ਹੀ ਕਵੀ ਇਹੋ ਜਿਹੇ ਨੇ ਜਿਹੜੇ ਆਪਣੇ ਆਪਣੇ ਪੱਧਰ 'ਤੇ ਲਿਖ ਰਹੇ ਨੇ। ਬਹੁਤਿਆਂ ਨੂੰ ਤਾਂ ਉੱਧਰ ਸਾਡੀ ਮੁੱਖ ਭੂਮੀ ਪੰਜਾਬ ਦੇ
ਕਵੀ ਜਾਂ ਲੋਕ ਬਹੁਤੇ ਨੂੰ ਤਾਂ ਜਾਣਦੇ ਵੀ ਨਹੀਂ, ਪਰ ਉਹ ਫਿਰ ਵੀ ਸੋਹਣਾ ਕੰਮ ਕਰ ਰਹੇ ਨੇ। ਸੋ ਇਹ ਸਾਰੀਆਂ ਹੱਦਾਂ ਸਰਹੱਦਾਂ ਨੂੰ ਤੋੜਨ ਵਾਸਤੇ ਕੰਪਿਊਟਰ ਬਹੁਤ ਹੀ ਵਧੀਆ ਕੰਮ ਕਰ ਸਕਦਾ ਹੈ। ਸੋ ਇਹੀ ਸੁਝਾਅ ਹੈ ਕਿ ਪੰਜਾਬੀ ਦੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਕਵੀਆਂ ਨੂੰ ਸਾਰਿਆਂ ਨੂੰ ਇੱਕ ਥਾਂ ਜਾਂ ਇੱਕ ਸਾਈਟ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਕੋਈ ਇਸ ਤਰ੍ਹਾਂ ਦੀਆਂ ਕੋਈ ਸਮੁੱਚੇ ਕਵੀਆਂ ਦੀ ਕਿਸ ਤਰ੍ਹਾਂ ਦੀ ਸਾਈਟ ਬਣਾਈ ਜਾਵੇ ਜਿਹਦੇ ਵਿੱਚ ਅੱਗੇ ਕੈਨੇਡਾ ਦਾ ਵੀ ਇੱਕ ਚੈਪਟਰ ਹੋਵੇ। ਸੋ ਉਹਦੇ ਵਿੱਚ ਸਾਰੇ ਕਵੀਆਂ ਦਾ ਵੇਰਵਾ ਦਰਜ ਹੋਵੇ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦੀ ਪੋਇਟਰੀ ਦਾ ਨਮੂਨਾ ਜਾਂ ਉਹਨਾਂ ਦੇ ਬਾਰੇ ਹੋਰ ਜਾਣਕਾਰੀ ਜਿੰਨੀ ਵੀ, ਜਿਵੇਂ ਵਿਕੀਪੀਡੀਆ ਦੇ ਵਿੱਚ ਬਹੁਤ ਸੀਮਿਤ ਜਿਹੀ ਜਾਣਕਾਰੀ ਹੈ ਜਾਂ ਕਈ ਥਾਂ ਅਧੂਰੀ ਵੀ ਹੈ, ਕਈ ਥਾਂ ਗਲਤ ਵੀ ਹੈ, ਉਹ ਸਾਰੇ ਕੁਛ ਨੂੰ ਬੜਾ ਠੀਕ ਤਰੀਕੇ ਨਾਲ ਸੰਜੀਦਗੀ ਨਾਲ ਲੈ ਕੇ ਕੋਈ ਇਸ ਤਰ੍ਹਾਂ ਦੇ ਸਟੈਪ ਚੱਕਣ ਦੀ ਲੋੜ ਹੈ ਕਿ ਉਹ ਜਿਹੜੇ ਵੀ ਕੋਈ ਮੁਸ਼ਕਲਾਂ ਆ ਰਹੀਆਂ ਉਹ ਦੂਰ ਹੋ ਸਕਣ। ਕਿਉਂਕਿ ਕੰਪਿਊਟਰ ਇੱਕ ਬਹੁਤ ਵਧੀਆ ਸਾਧਨ ਹੈ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲੋਂ ਹੋਰ ਨੇੜੇ ਹੋ ਕੇ ਇੱਕ ਦੂਜੇ ਨੂੰ ਸਮਝ ਸਕਦੇ ਹਾਂ, ਉਹਨਾਂ ਦੀ ਪੋਇਟਰੀ ਨੂੰ, ਕਵਿਤਾ ਨੂੰ ਮਾਣ ਸਕਦੇ ਹਾਂ, ਜਾਣ ਸਕਦੇ ਹਾਂ। ਸੋ ਇਸ ਦੀ ਸਹੀ ਤੋਂ ਸਹੀ ਵਰਤੋਂ ਇਹੀ ਹੋ ਸਕਦੀ ਹੈ ਕਿ ਜੇ ਇਸ ਨੂੰ ਅਸੀਂ ਸਮੁੱਚੇ ਰੂਪ ਦੇ ਵਿੱਚ ਸਾਰੇ ਸ਼ਹਿਰਾਂ ਨੂੰ ਇੱਕ ਇਸ ਤਰ੍ਹਾਂ ਦਾ ਕੋਈ ਵੈਬਸਾਈਟ ਕਹਿ ਲਓ ਜਾਂ ਕੁਛ ਵੀ ਨਾਂ ਦਿੱਤਾ ਜਾ ਸਕਦਾ ਹੋਵੇ ਜਿਹਦੇ ਵਿੱਚ ਇੱਕ ਕਲਿੱਕ ਕਰੀਏ ਉਸ ਮੁਲਕ ਦੇ ਸ਼ਹਿਰ ਸਾਹਮਣੇ ਆ ਜਾਣ, ਉਹਨਾਂ ਦੀਆਂ ਲਿਖਤਾਂ, ਕਿਸੇ ਦਾ ਨਾਂ ਉਹਦੇ 'ਚ ਫੀਡ ਕਰੀਏ ਤਾਂ ਉਹ ਸਾਰਾ ਹੀ ਉਹਦੇ ਬਾਰੇ ਜਾਣਕਾਰੀ। ਸੋ ਇਸ ਤਰ੍ਹਾਂ ਹੋਵੇ ਕਿ ਉਹ ਕੈਟੇਗਰੀ ਵਾਈਜ਼ ਬੇਸ਼ੱਕ ਹੋਵੇ, ਪਰ ਉਹ ਜਿਵੇਂ ਅੱਜ ਨਹੀਂ ਹੈ ਇਹ ਉਸ ਤਰ੍ਹਾਂ ਜਿਵੇਂ ਚਾਹੀਦਾ ਸੀ। ਅੱਜ ਜੇ ਤੁਸੀਂ ਕਿਸੇ ਦਾ ਵੀ ਇੱਕ ਨਾਂ ਲੱਭਣਾ ਤਾਂ ਉਹਨੂੰ ਕਾਫੀ ਕੁਛ ਫਰੋਲਾ ਫਰਾਲੀ ਕਰਨੀ ਪੈਂਦੀ ਹੈ, ਫਿਰ ਕਿਤੇ ਜਾ ਕੇ ਉਹਦੇ ਬਾਰੇ ਥੋੜ੍ਹਾ ਬਹੁਤਾ ਮਿਲਦਾ। ਸੋ ਇਹ ਬੜਾ ਜ਼ਰੂਰੀ ਹੈ ਜੇ ਇਹ ਹੋ ਸਕੇ। ਦੂਜੀ ਗੱਲ ਇਹ ਹੈ ਕਿ ਪੰਜਾਬੀ ਕਿਤਾਬਾਂ ਜਿਸ ਤਰ੍ਹਾਂ ਇੰਟਰਨੈਟ ਦੇ ਵਿੱਚ ਪਾਈਆਂ ਜਾਂਦੀਆਂ, ਕਵੀ ਰਚਨਾਵਾਂ ਆਪਣੀਆਂ ਲਿਖਦੇ ਨੇ, ਫਿਰ ਇੰਟਰਨੈਟ 'ਤੇ ਪਾਉਂਦੇ ਨੇ ਔਰ ਦੂਸਰੇ ਕਵੀ ਪੜ੍ਹ ਲੈਂਦੇ ਨੇ ਜਾਂ ਉਹਨਾਂ ਦਾ ਲਿਪੀਅੰਤਰ ਵੀ ਹੋ ਜਾਂਦਾ, ਖਾਸ ਕਰਕੇ ਸ਼ਾਹਮੁਖੀ ਦੇ ਵਿੱਚ ਉੱਥੇ ਪੜ੍ਹ ਲੈਂਦੇ ਨੇ। ਇਹ ਵੀ ਇੱਕ ਗੱਲੋਂ ਤਾਂ ਚੰਗੀ ਗੱਲ ਹੈ, ਪਰ ਇਹਦੇ ਵਿੱਚ ਇੱਕ ਖੌਫ ਵੀ ਇੱਕ ਬਣਿਆ ਹੋਇਆ ਹੈ। ਖੌਫ ਇਹ ਹੈ ਕਿ ਇਹਦੇ ਨਾਲ ਕਿਤਾਬ ਪਿੱਛੇ ਰਹਿਣ ਦਾ ਡਰ ਹਮੇਸ਼ਾ ਬਣਿਆ ਹੋਇਆ, ਕਿਉਂਕਿ ਜੇ ਇੱਕ ਕਿਸੇ ਕਿਤਾਬ ਦੀ ਕੋਈ PDF ਫਾਈਲ ਇੰਟਰਨੈਟ 'ਤੇ ਆ ਜਾਂਦੀ ਹੈ, ਉੱਥੋਂ ਲਿਪਿਅੰਤਰ ਹੋ ਕੇ ਲਹਿੰਦੇ ਪੰਜਾਬ ਚਲੀ ਜਾਂਦੀ ਹੈ ਜਾਂ ਹੋਰ ਸਾਰੇ ਜਿੱਥੇ ਜਿੱਥੇ ਵੀ ਪੰਜਾਬੀ ਕਵੀ ਜਾਂ ਪਾਠਕ ਬੈਠੇ ਨੇ ਉਹਨਾਂ ਕੋਲੇ ਚਲੀ ਜਾਂਦੀ ਹੈ। ਇੱਕ ਗੱਲ ਉਹ ਤਾਂ ਚੰਗੀ ਗੱਲ ਹੈ ਕਿ ਉਹ ਉਹਨਾਂ ਕੋਲੇ ਚਲੀ ਗਈ, ਅਤੇ ਦੂਜੇ ਪਾਸੇ ਫਿਰ ਕਿਤਾਬ ਦਾ ਇਹਦੇ 'ਚ ਕੀ ਭਵਿੱਖ ਰਹਿ ਗਿਆ। ਜੋ ਆਨੰਦ, ਜੋ ਆਤਮਿਕ ਸਕੂਨ ਇੱਕ ਕਿਤਾਬ ਦੇ ਸਕਦੀ ਹੈ ਉਹ ਸਾਨੂੰ ਸਕਰੀਨ ਕਦੇ ਵੀ ਨਹੀਂ ਦੇ ਸਕਦੀ, ਕਿਉਂਕਿ ਅਸੀਂ ਕਿਸੇ ਦੀ ਕਵਿਤਾ ਤੋਂ ਜਾਣੂ ਤਾਂ ਹੋ ਸਕਦੇ ਹਾਂ ਸਕਰੀਨ ਦੇ ਉੱਤੇ ਪੜ੍ਹ ਕੇ, ਪਰ ਉਹਦੇ ਵਿੱਚ ਭਿੱਜ ਨਹੀਂ ਸਕਦੇ ਜਿੰਨਾ ਅਸੀਂ ਕਿਤਾਬ ਰਾਹੀਂ ਪੜ੍ਹ ਕੇ ਭਿੱਜ ਸਕਦੇ ਹਾਂ, ਉਹਦੇ 'ਚ ਖੁੱਭ ਸਕਦੇ ਹਾਂ। ਕਿਉਂਕਿ ਜੋ ਕਲਮ, ਦਵਾਤ, ਕਾਗਜ਼, ਕਿਤਾਬ, ਇਹ ਸਾਰੇ ਸਿਲਸਿਲੇ ਦਾ ਜੋ ਇਸ ਪ੍ਰਕਿਰਿਆ ਦੇ ਵਿੱਚ ਪੈ ਕੇ ਜੋ ਅਸੀਂ ਲਿਖਣ ਦਾ ਜਿਹੜਾ ਸਾਡਾ ਰੁਝਾਨ ਹੈ, ਇਹਦੇ ਵਿੱਚ ਇੱਕ ਆਪਣੀ ਵੱਖਰੀ ਤਰ੍ਹਾਂ ਦਾ ਹੁਲਾਸ ਹੈ ਜਿਹੜਾ ਇੱਕ ਕਵੀ ਅਤੇ ਪਾਠਕ ਪੜ੍ਹਨ ਵਾਲਾ ਕਵੀ ਲਿਖਣ ਵੇਲੇ ਅਤੇ ਪੜ੍ਹਨ ਵੇਲੇ ਪਾਠਕ ਦੋਹੇ ਹੀ ਉਸ ਹੁਲਾਸ ਨੂੰ ਮਾਣਦੇ ਨੇ। ਮੇਰਾ ਨਹੀਂ ਖਿਆਲ ਕਿ ਸਕਰੀਨ ਦੇ ਉੱਤੋਂ ਉਸ ਤਰ੍ਹਾਂ ਦੇ ਅਹਿਸਾਸ ਸ਼ਾਇਰ ਦੇ ਸਮਝੇ ਜਾ ਸਕਦੇ ਨੇ ਜਾਂ ਪਾਠਕ ਉਸ ਪ੍ਰਕਿਰਿਆ ਦੇ ਵਿੱਚ ਵਿਚਰ ਸਕਦਾ ਜਿਹੜੀ ਪ੍ਰਕਿਰਿਆ ਵਿੱਚ ਪੈ ਕੇ ਸ਼ਾਇਰ ਨੇ ਉਹ ਸ਼ਬਦ ਲਿਖੇ ਹੁੰਦੇ ਆ। ਸੋ ਇਹ ਇੱਕ ਬੜਾ ਵੱਡਾ ਡਰ ਵੀ ਹੈ। ਸੋ ਇਹਦੇ ਬਾਰੇ ਬੇਸ਼ੱਕ ਹੁਣ ਕੰਪਿਊਟਰ ਦਾ ਇੰਨਾ ਪ੍ਰਚਲਨ ਹੋ ਗਿਆ ਵੀ ਇਹ ਜ਼ਰੂਰੀ ਵੀ ਹੋ ਗਿਆ, ਪਰ ਇਹਦੇ ਨਾਲ ਨਾਲ ਮੈਂ ਸਮਝਦਾ ਇਹਦਾ ਇੱਕ ਛੋਟਾ ਜਿਹਾ ਹੱਲ ਤਾਂ ਇਹ ਹੈ, ਬੇਸ਼ੱਕ ਇਹ ਵਧੀਆ ਨਹੀਂ ਹੈ ਪੂਰਾ, ਪਰ ਫਿਰ ਵੀ ਇੱਕ ਆਰਜੀ ਹੱਲ ਹੈ ਕਿ ਜੇ ਕੋਈ ਨਵੀਂ ਕਿਤਾਬ ਕਿਸੇ ਦੀ ਛਪਦੀ ਹੈ ਤਾਂ ਉਸ ਨੂੰ ਕੁਛ ਦੇਰ ਬਾਅਦ ਕੰਪਿਊਟਰ 'ਤੇ ਚੜ੍ਹਾਇਆ ਜਾਵੇ। ਇਹ ਨਹੀਂ ਕਿ ਤੁਰਤ ਹੀ ਉਸੇ ਵੇਲੇ ਤੁਸੀਂ ਉਹਦੀ ਕਿਤਾਬ ਅੱਜ ਆਈ ਕੱਲ੍ਹ ਨੂੰ PDF ਤੁਸੀਂ ਆਪਾਂ ਉਹਦੇ 'ਚ ਪਾ ਦਈਏ ਅਤੇ ਤਾਂ ਕਿ ਛੇਤੀ ਛੇਤੀ ਸਾਰੀ ਦੁਨੀਆ ਦੇ ਪਾਠਕਾਂ ਕੋਲ ਚਲੀ ਜਾਵੇ। ਸੋ ਇਹਦੇ ਨਾਲੋਂ ਚੰਗਾ ਇਹੀ ਹੈ ਕਿ ਉਸ ਨੂੰ ਕੁਛ ਸਾਲ 5-7 ਸਾਲ 10 ਸਾਲ ਠਹਿਰ ਕੇ ਜਦੋਂ ਉਹ ਲੱਗੇ ਇਸ ਤਰ੍ਹਾਂ ਕਿ ਹੁਣ
ਬਹੁਤ ਸਾਰੇ ਲੋਕਾਂ ਨੇ ਇਹ ਕਿਤਾਬੀ ਸ਼ਕਲ 'ਚ ਪੜ੍ਹ ਲਈ ਹੈ, ਉਸ ਵੇਲੇ ਇੰਟਰਨੈਟ 'ਤੇ ਪਾਈ ਜਾਵੇ ਤਾਂ ਉਹ ਕਿਤਾਬ ਵੀ ਪ੍ਰੀਜ਼ਰਵ ਹੋ ਜਾਂਦੀ ਹੈ ਸਦਾ ਵਾਸਤੇ ਨੈੱਟ 'ਤੇ, ਅਤੇ ਨਾਲ ਇਹ ਹੈ ਕਿ ਉਹ ਜਿਹੜੀ ਉਹਦੀ ਭਾਵਨਾ ਹੈਗੀ ਕਿਤਾਬ ਦੀ ਉਹ ਵੀ ਬਰਕਰਾਰ ਰਹਿੰਦੀ ਹੈ। ਸਤਿ ਸ਼੍ਰੀ ਅਕਾਲ ਜੀ। ਕਿਤਾਬਾਂ ਦੀ ਡਿਜੀਟਲਾਈਜੇਸ਼ਨ ਲਈ ਜਾਂ ਵੈਸੇ ਵੀ ਕਿਸੇ ਲਿਖਤ ਨੂੰ ਫੇਸਬੁੱਕ 'ਤੇ ਜਾਂ ਵਟਸਐਪ 'ਤੇ ਜਾਂ ਕਿਤੇ ਵੀ ਇੰਟਰਨੈਟ 'ਤੇ ਈਮੇਲ ਰਾਹੀਂ ਜਾਂ ਕਿਤੇ ਵੀ ਪਾਉਣ ਲਈ ਮੈਂ ਸੋਚਦੀ ਹਾਂ ਕਿ ਇੱਕ ਆਦਰਸ਼ਕ ਸੋਫਟਵੇਅਰ ਹੋਣਾ ਚਾਹੀਦਾ, ਇੱਕੋ ਹੀ ਮਾਸਟਰ ਸੋਫਟਵੇਅਰ ਹੋਵੇ ਜੋ ਸਾਰੇ ਹੀ ਪੰਜਾਬੀ ਵਰਤਣ ਵਾਲਿਆਂ ਲਈ ਹੋਵੇ, ਕਿ ਅੱਡ ਫੌਂਟਸ ਅਲੱਗ-ਅਲੱਗ ਸੋਫਟਵੇਅਰ ਤੱਕ ਲੱਭਣਾ ਹੀ ਨਾ ਪਵੇ ਅਤੇ ਨਾ ਅਲੱਗ-ਅਲੱਗ ਲਿੰਕ ਯਾਦ ਕਰਕੇ ਤੁਹਾਨੂੰ ਉਹਨਾਂ ਸਾਈਟਸ 'ਤੇ ਜਾ ਕੇ ਕੋਈ ਫੌਂਟ ਕਨਵਰਟਰ ਜਾਂ ਰਾਈਟਿੰਗ ਪੈਡ ਲੱਭਣੇ ਪੈਣ। ਉਸੇ ਸੋਫਟਵੇਅਰ 'ਚ ਸਾਰਾ ਕੁਝ ਹੋਵੇ, ਜਿਹਦੇ ਲਈ ਬਹੁਤ ਸਾਰੇ ਨੁਕਤੇ ਹੋ ਸਕਦੇ ਆ। ਅਸਲ ਵਿੱਚ ਤਾਂ ਬੁੱਧੀਜੀਵੀ ਜਾਂ ਇਹਦੇ 'ਤੇ ਕੰਮ ਕਰਨ ਵਾਲਿਆਂ ਨੇ ਬਹੁਤ ਕੁਝ ਸੋਚਿਆ ਹੋਊਗਾ ਅਤੇ ਕਰ ਵੀ ਰਹੇ ਹੋਣਗੇ, ਪਰ ਮੋਟੇ ਤੌਰ 'ਤੇ ਮੈਂ ਸੋਚਦੀ ਹਾਂ ਕਿ ਘੱਟ ਤੋਂ ਘੱਟ ਇਹ ਸਹੂਲਤਾਂ ਹੋਣ। ਇੱਕ ਤਾਂ ਲਿਖਣ ਦੀ ਸਹੂਲਤ ਤਾਂ ਹੋਣੀ ਹੈ, ਪਰ ਇਹ ਹੋਵੇ ਕਿ ਕਿਸੇ ਵੀ ਫੌਂਟ ਦੇ ਵਿੱਚ ਫੌਂਟ ਦੀ ਆਪਸ਼ਨ ਆ ਜਾਵੇ ਅਤੇ ਉਹਦੇ 'ਤੇ ਲਿਖਿਆ ਜਾ ਸਕੇ। ਉਸੇ ਸੋਫਟਵੇਅਰ ਦੇ ਵਿੱਚ ਟਰਾਂਸਲੇਸ਼ਨ ਦੀ, ਦੂਜੀਆਂ ਭਾਸ਼ਾਵਾਂ ਵਿੱਚ ਟਰਾਂਸਲੇਸ਼ਨ ਦੀ ਸਹੂਲਤ ਹੋਵੇ, ਲਿਪੀ ਅੰਤਰ ਦੀ ਹੋਵੇ, ਸਪੈਲਿੰਗ ਚੈੱਕ ਨਾਲ ਦੀ ਨਾਲ ਲਿਖਦੇ ਹੀ ਹੁੰਦੇ ਜਾਣ ਕਿ ਜਦੋਂ ਵੀ ਕੋਈ ਸ਼ਬਦ ਗਲਤ ਲਿਖਿਆ ਜਾਵੇ ਉਸੇ ਵੇਲੇ ਉਹ ਕਰੈਕਟ ਹੋ ਜੇ, ਜਾਂ ਅਲੱਗ-ਅਲੱਗ ਫੌਂਟਾਂ ਵਿੱਚ ਕਨਵਰਟ ਕਰਨ ਦੀ ਸਹੂਲਤ ਹੋਵੇ। ਅਤੇ ਹੋਰ ਵੀ ਬਹੁਤ ਕੁਝ ਹੋ ਸਕਦਾ, ਬਹੁਤ ਵਧੀਆ ਹੋ ਸਕਦਾ। ਜਿਵੇਂ ਪਰਾਏਵਾਚੀ ਸ਼ਬਦ ਹੁੰਦੇ ਨੇ ਅਤੇ ਲਿਖਣ ਵਾਲਾ ਜਿਵੇਂ ਅੰਬਰ ਲਿਖੇ ਅਤੇ ਉਹਦੇ ਅੱਗੇ ਆਪਸ਼ਨ ਆ ਜਾਣ ਅਸਮਾਨ, ਗਗਨ, ਆਕਾਸ਼ ਆਦਿ, ਅਤੇ ਉਹਦੇ ਵਿੱਚੋਂ ਲੇਖਕ ਜਿਹੜਾ ਆਪਣੀ ਮਰਜ਼ੀ ਦਾ ਕੋਈ ਢੁਕਵਾਂ ਸ਼ਬਦ ਚੁਣ ਲਵੇ ਤਾਂ ਇਹਦੇ ਨਾਲ ਲਿਖਤ ਵਿੱਚ ਨਵੀਨਤਾ ਵੀ ਆ ਜਾਊਗੀ ਅਤੇ ਰਸ ਵੀ ਆ ਜਾਊਗਾ। ਇਸੇ ਤਰ੍ਹਾਂ ਬਹੁਤ ਸਾਰੇ ਸ਼ਬਦਾਂ ਦੇ ਪੈਰਾਂ 'ਚ, ਅੱਖਰਾਂ ਦੇ ਪੈਰਾਂ 'ਚ ਬਿੰਦੀ ਪੈਣ ਬਾਰੇ ਭੰਬਲ ਭੂਸੇ ਹੈਗੇ ਆ। ਜਿਵੇਂ ਜੇ ਕੋਈ ਜਜ਼ਬਾ ਲਿਖੇ ਤਾਂ ਜਿਹੜਾ ਵਿਚਲਾ ਜੱਜਾ ਉਹਦੇ ਵਿੱਚ ਆਪੇ ਹੀ ਬਿੰਦੀ ਪੈ ਕੇ ਜਜ਼ਬਾ ਹੋ ਜਾਵੇ। ਜੇ ਕੋਈ ਗੱਗਾ ਨਾਲ ਗਜ਼ਲ ਲਿਖੇ ਤਾਂ ਗੱਗੇ ਦੇ ਪੈਰ ਵਿੱਚ ਆਪੇ ਬਿੰਦੀ ਪੈ ਜਾਵੇ ਅਤੇ ਉਹ ਗਜ਼ਲ ਹੋ ਜਾਵੇ। ਇੰਗਲਿਸ਼ ਵਾਲੇ ਫੌਂਟਾਂ ਵਿੱਚ ਮੈਂ ਇੱਦਾਂ ਹੁੰਦਾ ਦੇਖਿਆ, ਫੋਨ 'ਤੇ, ਆਈਪੈਡ 'ਤੇ ਵੀ। ਅਤੇ ਜਾਂ ਜਿਵੇਂ ਜੇ ਗਲਤ ਸ਼ਬਦ ਲਿਖਿਆ ਜਾਵੇ ਤਾਂ ਲੇਖਕ ਨੂੰ ਸਾਵਧਾਨ ਕਰਨ ਲਈ ਉਹਦੇ ਅੱਖਰ ਹੇਠਾਂ ਲਾਈਨ ਜਾਂ ਕੋਈ ਹੋਰ ਇਸ਼ਾਰਾ ਆ ਜਾਵੇ ਅਤੇ ਨਾਲ ਉਹਦੇ ਆਪਸ਼ਨਸ ਆ ਜਾਣ ਅਤੇ ਅਗਲਾ ਸਹੀ ਅੱਖਰ ਜਿਹਨੂੰ ਸਮਝੇ ਉਹਦੇ ਸਹੀ ਸ਼ਬਦ ਉਹਨੂੰ ਕਲਿੱਕ ਕਰ ਦੇਵੇ। ਇਵੇਂ ਬਹੁਵਚਨਾਂ ਬਾਰੇ ਵੀ ਬੜੇ ਕੁਝ ਡਿਸਕਸ਼ਨਸ ਹੁੰਦੀਆਂ ਰਹਿੰਦੀਆਂ, ਬਈ ਕਹਿੰਦੇ ਆ ਕਿ ਹਾਲਾਤ ਬਹੁਵਚਨ ਹੁੰਦਾ, ਹਾਲਾਤਾਂ ਗਲਤ ਹੈ, ਜਜ਼ਬਾਤ ਠੀਕ ਹੈ, ਜਜ਼ਬਾਤਾਂ ਗਲਤ ਹੈ। ਸੋ ਇਹ ਜਿਹੜੇ ਸਹੀ ਸ਼ਬਦ ਨੇ ਉਹ ਸੋਫਟਵੇਅਰ ਦੇ ਵਿੱਚ ਪਾਏ ਹੋਣ, ਅਤੇ ਜੇ ਅਗਲਾ ਗਲਤ ਸ਼ਬਦ ਲਿਖ ਦੇਵੇ ਤਾਂ ਆਪਣੇ ਆਪ ਉਹ ਠੀਕ ਸਹੀ ਹੋ ਜਾਵੇ, ਤਾਂ ਇਹਦੇ ਨਾਲ ਲਿਖਤ ਵੀ ਠੀਕ ਹੋ ਜੂਗੀ ਅਤੇ ਲੇਖਕ ਨੂੰ ਲਿਖਣ ਲਈ ਵੀ ਅੱਗੇ ਤੋਂ ਪਤਾ ਲੱਗ ਜੂਗਾ ਕਿ ਇਹ ਵਾਲਾ ਸ਼ਬਦ ਮੈਂ ਪਾਉਣਾ। ਸਗੋਂ ਇੱਕ ਹੋਰ ਵੀ ਵਧੀਆ ਗੱਲ ਹੋ ਸਕਦੀ ਹੈ, ਕਈ ਵਾਰੀ ਜਿਵੇਂ ਮੰਗ ਆ ਜਾਂਦੀ ਹੈ ਕਿ ਇੰਨੇ ਸ਼ਬਦਾਂ ਦੀ ਰਚਨਾ ਹੋਵੇ, ਇਸ ਸੋਫਟਵੇਅਰ ਵਿੱਚ ਕੋਈ ਇਹੋ ਜਿਹੀ ਆਪਸ਼ਨ ਹੋਵੇ ਕਿ ਉਹਨੇ ਸ਼ਬਦਾਂ ਦਾ ਹੀ ਲਿਖਤੀ ਪੈਡ ਖੁੱਲ੍ਹੇ, ਆਪਾਂ ਉੱਪਰ ਉਹਨੇ ਸ਼ਬਦ ਪਾ ਦਈਏ ਅਤੇ ਅੱਗੋਂ ਜਦੋਂ ਲਿਖਤ ਲਿਖੀ ਜਾਵੇ ਅਤੇ ਜਦੋਂ ਸ਼ਬਦ ਪੂਰੇ ਹੋ ਜਾਣ ਤਾਂ ਉਹ ਤੋਂ ਬਾਅਦ ਉਹਦੇ ਅੱਗੇ ਲਿਖਿਆ ਹੀ ਨਾ ਜਾਵੇ, ਤਾਂ ਲੇਖਕ ਆਪੇ ਹੀ ਕੱਟ ਵੱਢ ਕਰਕੇ ਉਹਨੂੰ ਉਸੇ ਪੈਡ ਦੇ ਉੱਤੇ ਹੀ ਉਹਨੂੰ ਫਿੱਟ ਕਰੇ ਤਾਂ ਉਸੇ ਨਾਲ ਹੀ ਸਾਰੀ ਲਿਖਤ ਤਿਆਰ ਹੋ ਜਾਵੇ। ਅਤੇ ਜੇ ਸਾਰਾ ਕੁਛ ਇੱਕੋ ਥਾਂ, ਇੱਕੋ ਸੋਫਟਵੇਅਰ ਦੇ ਵਿੱਚ ਲੱਭ ਜਾਵੇ ਤਾਂ ਸੱਚਮੁੱਚ ਕ੍ਰਿਸ਼ਮਾ ਹੀ ਹੋ ਜਾਊਗਾ। ਅਤੇ ਲੋਕਾਂ ਨੂੰ ਜਿਹੜੇ ਇੰਟਰਨੈਟ ਦੇ ਉੱਤੇ ਵੀ ਲਿਖਣ ਦੇ ਵਿੱਚ ਬਹੁਤ ਸਹੂਲਤ ਹੋ ਜੂਗੀ। ਹੁਣ ਜਿਵੇਂ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਜਾਂ ਹੋਰ ਸਾਈਟਸ ਦੇ ਉੱਤੇ ਲੋਕ ਆਪਣੀਆਂ ਰਚਨਾਵਾਂ ਭੇਜਦੇ ਨੇ ਅਤੇ
ਉਹ ਜਾਂ ਉਹਨਾਂ ਰਚਨਾਵਾਂ ਦੇ ਉੱਤੇ ਜਿਹੜੇ ਕਮੈਂਟਸ ਆਉਂਦੇ ਨੇ, ਟਿੱਪਣੀਆਂ ਆਉਂਦੀਆਂ ਨੇ, ਉਹ ਲੋਕੀ ਇੰਗਲਿਸ਼ ਵਿੱਚ ਲਿਖਦੇ ਨੇ, ਪਰ ਜੇ ਉਹਨਾਂ ਨੂੰ ਆਪਸ਼ਨ ਹੋਊਗੀ ਤਾਂ ਉਹ ਗੁਰਮੁਖੀ ਵਿੱਚ ਲਿਖਣਗੇ। ਘੱਟ ਤੋਂ ਘੱਟ ਉਹ ਲੋਕੀ ਜਿਹੜੇ ਅੰਗਰੇਜ਼ੀ ਰੋਮਨ ਲਿਪੀ ਦੇ ਵਿੱਚ ਗੁਰਮੁਖੀ ਲਿਖਦੇ ਨੇ, ਜਿਹੜੇ ਉਹ ਤਾਂ ਆਪਣੇ ਇਸ ਫੌਂਟ ਦੇ ਰਾਹੀਂ ਗੁਰਮੁਖੀ ਵਿੱਚ ਲਿਖਣਗੇ। ਸਗੋਂ ਮੈਂ ਤਾਂ ਸੋਚਦੀ ਹਾਂ ਵੀ ਕਾਸ਼ ਇਹੋ ਜਿਹੇ ਵਿਕਸਿਤ ਕੀਬੋਰਡ ਹੀ ਆ ਜਾਣ, ਜਿਵੇਂ ਸਮਾਰਟਫੋਨਾਂ 'ਤੇ ਜਾਂ ਆਈਪੈਡਾਂ 'ਤੇ ਉਪਲਬਧ ਨੇ, ਉਹੋ ਜਿਹੀ ਲੈਪਟਾਪ ਕੰਪਿਊਟਰ ਵਗੈਰਾ 'ਤੇ ਹੀ ਆ ਜਾਣ ਕਿ ਬਟਨ ਦੱਬੋ ਤਾਂ ਇੰਗਲਿਸ਼, ਦੁਬਾਰਾ ਦੱਬੋ ਤਾਂ ਗੁਰਮੁਖੀ, ਫਿਰ ਦੱਬੋ ਤਾਂ ਦੇਵਨਾਗਰੀ, ਅਤੇ ਇਸੇ ਤਰ੍ਹਾਂ ਹੋਰ ਭਾਸ਼ਾਵਾਂ। ਬਸ ਉਹ ਬਟਨ ਦੱਬੋ, ਉਸ ਭਾਸ਼ਾ ਦੇ ਫੌਂਟ ਤੁਹਾਨੂੰ ਸਾਹਮਣੇ ਅੱਖਰ ਦਿਸਣ ਲੱਗ ਜਾਣ, ਲਾਵਾਂ ਦਿਸਣ ਲੱਗ ਜਾਣ, ਸਾਰਾ ਕੁਛ ਮਾਤਰਾਵਾਂ ਤੇ ਸਾਰੀਆਂ, ਤੇ ਜੋ ਬਿੰਦੀਆਂ ਪੈਰਾਂ 'ਚ ਪੈਣੀਆਂ, ਸਭ ਕੁਛ ਉਹਦੇ ਵਿੱਚ ਆ ਜਾਵੇ। ਪਤਾ ਨਹੀਂ ਇਹ ਮੇਰਾ ਸੁਪਨਾ ਆ ਵੀ ਜਾਂ ਇਹਦੇ ਤੇ ਲੋਕ ਕੰਮ ਕਰ ਰਹੇ ਹੈਗੇ ਆ, ਇਹ ਤਾਂ ਤੁਹਾਨੂੰ ਹੀ ਪਤਾ ਹੋਊਗਾ। ਮੈਂ ਤਾਂ ਹੁਣੇ ਤੁਹਾਡੀ ਆਡੀਓ ਸੁਣੀ ਹੈ ਤੇ ਜੋ ਮਨ 'ਚ ਆਇਆ ਕਹਿਤਾ। ਨਾ ਤਾਂ ਮੈਂ ਇਸ ਤਕਨੀਕ ਦੀ ਮਾਹਿਰ ਹਾਂ, ਨਾ ਕੋਈ ਵੱਡੀ ਵਿਦਵਾਨ ਹੈ। ਬਸ ਇਹ ਰੀਝ ਜਿਹੀ ਜ਼ਰੂਰ ਹੈ ਕਿ ਇਹੋ ਜਿਹਾ ਇੱਕ ਅਮੀਰ ਸਾਫਟਵੇਅਰ ਹੋਵੇ, ਇੱਕੋ ਹੀ ਹੋਵੇ, ਜਿਹਨੂੰ ਸਾਰੇ ਪੰਜਾਬੀ ਵਾਲੇ ਵਰਤਣ, ਕੋਈ ਕਨਫਿਊਜ਼ਨ ਹੀ ਨਾ ਰਵੇ, ਨਾ ਠੀਕ ਗਲਤ ਸ਼ਬਦ ਦਾ ਕਨਫਿਊਜ਼ਨ ਰਵੇ, ਨਾ ਪੈਰਾਂ 'ਚ ਬਿੰਦੀਆਂ ਦਾ, ਨਾ ਬਹੁ ਬਚਨਾਂ ਦਾ, ਅਤੇ ਨਾ ਯੂਨੀਕੋਡ ਦਾ, ਕੋਡ ਦਾ, ਸਾਰਾ ਕੁਝ ਇੱਕ ਸਾਫਟਵੇਅਰ ਜਿਹੜਾ ਮੇਨ ਹੋਵੇ, ਉਹ ਸਾਰੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਤਾਂ ਲੋਕਾਂ ਨੂੰ ਪੰਜਾਬੀ ਵਿੱਚ ਲਿਖਣਾ ਵੀ ਬਹੁਤ ਸੌਖਾ ਹੋ ਜਾਊਗਾ ਅਤੇ ਲੋਕ ਲਿਖਣਗੇ ਵੀ, ਅਤੇ ਸੱਚਮੁੱਚ ਜਿਹੜੀ ਪੰਜਾਬੀ ਆ ਉਹ ਆਪਣਾ ਖਾਸ ਜਿਹੜਾ ਮੁਕਾਮ ਆ ਉਹ ਹਾਸਿਲ ਕਰਕੇ ਰਹੂਗੀ। ਇਹ ਮੇਰੀ ਰੀਝ ਹੈ। ਧੰਨਵਾਦ ਜੀ। ਮੈਨੂੰ ਇਹ ਥੋੜ੍ਹਾ ਸ਼ੰਕਾ ਵੀ ਸਿੱਧੀਆਂ ਸਪਾਟ ਗੱਲਾਂ ਤਾਂ ਸਮਝਾਈਆਂ ਜਾ ਸਕਦੀਆਂ, ਪਰ ਉਸ ਦੇ ਜਿਹੜੇ ਆ ਗੁੱਝੇ ਅਰਥ, ਜਿਵੇਂ ਕਿ ਕਈ ਚੀਜ਼ਾਂ ਨੂੰ ਅਸੀਂ ਇਨਵਾਈਟਡ ਕੌਮਿਆਂ 'ਚ ਕਰ ਦਿੰਦੇ ਹਾਂ, ਕਈ ਚੀਜ਼ਾਂ ਦਾ ਅਸੀਂ ਗੈਪ ਦੇ ਦਿੰਦੇ ਹਾਂ, ਕਈ ਚੀਜ਼ਾਂ ਨੂੰ ਅਸੀਂ ਹਵਾ ਦੇ ਵਿੱਚ ਛੱਡ ਦਿੰਦੇ ਹਾਂ, ਹੈ ਨਾ, ਕਿਸੇ ਨੂੰ ਸੋਚਣ ਲਈ। ਔਰ ਇਹਨਾਂ ਚੀਜ਼ਾਂ ਨੂੰ ਅਸੀਂ ਕਿਵੇਂ ਪੂਰੀਆਂ ਕਰਾਂਗੇ। ਔਰ ਇੱਕ ਹੋਰ ਗੱਲ ਕਿ ਅਸੀਂ ਜੇ ਇਹ ਹੋ ਜਾਵੇ ਵੀ ਅਸੀਂ ਸਿਰਫ ਬੋਲਿਆ ਅਤੇ ਉਸ ਨੂੰ ਉਸੇ ਰੂਪ ਦੇ ਵਿੱਚ, ਜਿਵੇਂ ਕਿ ਬੋਲਣ ਦਾ ਕੋਈ ਅੰਦਾਜ਼ ਆ, ਉਤਰਾਅ ਚੜ੍ਹਾਇਆ ਆਵਾਜ਼ ਦਾ, ਟੋਨ ਦਾ, ਤਾਨ ਦਾ, ਉਨਤਾਨ ਦਾ, ਉਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਕਿਵੇਂ ਪਰੋਚ ਸਕਦੇ ਹਾਂ। ਜਦੋਂ ਤਾਂ ਅਸੀਂ ਲਿਖਦੇ ਹਾਂ ਉਦੋਂ ਅਸੀਂ ਸ਼ਬਦਾਂ ਦੇ ਨਾਲ ਥੋੜ੍ਹਾ ਬਹੁਤ ਕਿਸੇ ਨੂੰ ਗੂੜਾ ਕਰਕੇ, ਕਿਸੇ ਦਾ ਗੈਪ ਦੇਖ ਕੇ, ਜਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਇਹਦੇ ਵਿੱਚ ਇਹ ਕਿਵੇਂ ਹੋਊਗਾ। ਜਦੋਂ ਅਸੀਂ ਕਿਸੇ ਚੀਜ਼ ਦਾ, ਪੋਇਟ ਕੋਈ ਵੀ ਚੀਜ਼ ਲਿਖਦਾ ਹੈ, ਮੰਨ ਲਓ ਉਹ ਸਮੁੰਦਰ ਬਾਰੇ ਗੱਲ ਕਰ ਰਿਹਾ ਜਾਂ ਹਵਾ ਬਾਰੇ ਗੱਲ ਕਰ ਰਿਹਾ, ਉਹ ਅਲੱਗ-ਅਲੱਗ ਸਮਿਆਂ ਦੇ ਵਿੱਚ ਅਲੱਗ-ਅਲੱਗ ਉਹਦੇ ਅਰਥ ਜਾਂ ਉਸਦੇ ਭਾਵ ਅਰਥ ਹੁੰਦੇ ਆ। ਇਸ ਨੂੰ ਅਸੀਂ ਕਿਵੇਂ ਨਿਖੇੜਾ ਕਰਾਂਗੇ। ਜੇ ਤਾਂ ਉਹ ਸਿੱਧੀ ਕੋਈ ਗਲਪ ਦੀ ਜਾਂ ਵਾਰਤਕ ਦੀ ਜਾਂ ਸਾਇੰਸ ਦੀ ਕੋਈ ਸਟੇਟਮੈਂਟ ਆ, ਉਸ ਨੂੰ ਤਾਂ ਅਸੀਂ ਉਹ ਲੱਥਾ ਕਰ ਸਕਦੇ ਹਾਂ। ਪਰ ਜੇ ਅਸੀਂ ਕਈ ਚੀਜ਼ਾਂ ਦੇ ਲੁਕਵੇਂ ਭਾਵ ਆ, ਜਾਂ ਉਸ ਹੀ ਸ਼ਬਦ ਨੂੰ ਅਸੀਂ ਕਿਸੇ ਵੇਲੇ ਹੋਰ ਭਾਵ ਲਈ ਵਰਤਦੇ ਹਾਂ, ਜਿਵੇਂ ਕਿ ਬਿਰਖ ਆ, ਬਿਰਖ ਨੂੰ ਅਸੀਂ ਅਲੱਗ-ਅਲੱਗ ਭਾਵਾਂ ਦੇ ਵਿੱਚ ਵਰਤਦੇ ਹਾਂ ਨਾ, ਔਰ ਉਸ ਦਾ ਅਸੀਂ ਕਿਵੇਂ ਨਿਖੇੜਾ ਕਰਾਂਗੇ। ਅਤੇ ਇੱਕ ਹੋਰ ਗੱਲ ਜਿਹੜੀ ਟਰਾਂਸਲੇਸ਼ਨ ਸੰਬੰਧੀ, ਜਦੋਂ ਅਸੀਂ ਟਰਾਂਸਲੇਟ ਵੀ ਕਿਸੇ ਨੂੰ ਕਰਦੇ ਹਾਂ, ਕਿਸੇ ਮੰਨ ਲਓ ਅੰਗਰੇਜ਼ੀ ਤੋਂ ਜਾਂ ਹਿੰਦੀ ਤੋਂ ਕਿਸੇ ਪੰਜਾਬੀ ਦੇ ਵਿੱਚ ਕਰ ਰਹੇ ਹਾਂ,
ਉਸ ਦੇ ਵਿੱਚ ਵੀ ਕਈ ਸਾਰੇ ਮਸਲੇ ਆਉਂਦੇ ਆ। ਕਿਉਂਕਿ ਸਿੱਧਾ ਅਨੁਵਾਦ, ਜਿਵੇਂ ਕਿਸੇ ਚੀਜ਼ ਦਾ ਅਨੁਵਾਦ ਕੀਤਾ ਹੋਇਆ ਔਰ ਉਸ ਦਾ ਅਸੀਂ ਕਈ ਲੋਕ ਉਸ ਦੇ ਉਸ ਨੂੰ ਸਮਝਾਉਣ ਲਈ ਆਪਦੇ ਵਿਸਥਾਰ 'ਚ ਚਲੇ ਜਾਂਦੇ ਆ। ਕਈ ਲੋਕ ਉਸ ਨੂੰ ਉਸੇ ਰੂਪ ਦੇ ਵਿੱਚ ਉਵੇਂ ਹੀ ਪਾਠਕ 'ਤੇ ਛੱਡਦੇ ਆ। ਇਸ ਦਾ ਅਸੀਂ ਕਿਵੇਂ ਨਖੇੜਾ ਕਰਾਂਗੇ? ਜਿਵੇਂ ਕਿ ਗੁਰਬਾਣੀ ਦਾ ਕੋਈ ਵਿਆਖਿਆ ਕਰਦਾ ਅਤੇ ਹਰ ਬੰਦੇ ਨੇ ਗੁਰਬਾਣੀ ਦੀ ਅਲੱਗ-ਅਲੱਗ ਤਰੀਕੇ ਨਾਲ ਵਿਆਖਿਆ ਕੀਤੀ, ਆਪਦਾ ਫਲਸਫਾ ਵਿੱਚ ਸਮਝਾਇਆ ਜਾਂ ਆਪਦੇ ਫਲਸਫੇ ਦੇ, ਆਪਦੇ ਦ੍ਰਿਸ਼ਟੀਕੋਣ ਦੇ, ਆਪਦੇ ਐਂਗਲ ਤੋਂ ਉਸ ਨੂੰ ਵਿਆਖਿਆ ਕੀਤੀ ਹੈ। ਔਰ ਇੱਥੇ ਲਿਖਣ ਦੇ ਵਿੱਚ ਜਾਂ ਉਸ ਨੂੰ ਅਸੀਂ ਕਿਵੇਂ ਨਿਖੇੜ ਸਕਦੇ ਹਾਂ, ਕਿਸ ਤਰੀਕੇ ਨਾਲ ਉਹਦਾ ਸਮਾਧਾਨ ਕਰ ਸਕਦੇ ਹਾਂ। ਘੱਟੋ ਘੱਟ ਇੱਕ ਯੂਨੀਕੋਡ ਹੋਵੇ ਜਿਹਨੂੰ ਤੁਸੀਂ ਨੱਪ ਕੇ ਜਦੋਂ ਵੀ ਮੰਨ ਲਓ ਮੈਂ ਕਵਿਤਾ ਲਿਖਦਾ, ਮੇਰੇ ਮਨ ਦੇ ਵਿੱਚ ਜਦੋਂ ਵੀ ਕੋਈ ਸੁਰਤ ਜਾਂ ਕਵਿਤਾ ਦੀ ਕੋਈ ਲਾਈਨ ਆਉਂਦੀ ਹੈ ਨਾ, ਬਜਾਏ ਇਸ ਦੇ ਕਿ ਮੈਂ ਜਿਵੇਂ ਪਹਿਲਾਂ ਵੀ ਕੋਈ ਕਾਗਜ਼ ਲੱਭਦਾ, ਪੈਨ ਲੱਭਦਾ ਜਾਂ ਕੁਛ, ਵੀ ਇਹ ਜਿਹੀ ਹੋ ਜਾਵੇ ਵੀ ਉਸੇ ਲਹਿਰ ਨੂੰ ਉਸੇ ਵਕਤ ਮੈਂ ਇੱਕ ਬਟਨ ਨੱਪਾਂ ਅਤੇ ਜੋ ਮੇਰੀ ਕਵਿਤਾ ਦੇ ਵਿੱਚ ਕੋਈ ਸ਼ੇਅਰ ਆਇਆ ਜਾਂ ਕੋਈ ਥਾਟ ਆਈ ਹੈ, ਉਸ ਨੂੰ ਉਸੇ ਰੂਪ ਦੇ ਵਿੱਚ ਰਿਕਾਰਡ ਕਰ ਸਕਦਾ ਹੋਵਾਂ, ਉਸੇ ਰੂਪ ਦੇ ਵਿੱਚ ਉਹ ਲਿਖੀ ਜਾ ਸਕਦੀ ਹੋਵੇ ਰਾਈਟ ਵੇ। ਜੇ ਉਸ ਨੂੰ ਮੈਨੂੰ ਉਹ ਕੰਪਿਊਟਰ 'ਤੇ ਜਾ ਕੇ ਜਾਂ ਅਲੱਗ-ਅਲੱਗ ਉਹ ਪੇਜ ਖੋਲ੍ਹਣੇ ਪੈਂਦੇ ਆ ਜਾਂ ਕੁਛ ਕਰਨੇ ਪੈਂਦੇ ਆ, ਅਤੇ ਉਹ ਜਿਹੜੀ ਉਹਦੀ ਲੈਅ ਟੁੱਟ ਜਾਂਦੀ ਹੈ ਜਾਂ ਉਹ ਚੀਜ਼ ਯਾਦ ਨਹੀਂ ਰਹਿੰਦੀ ਗੀ। ਇਹ ਜੇ ਹੋ ਜਾਵੇ ਵੀ ਇੱਕੋ ਦਮ ਜੋ ਵੀ ਤੁਹਾਡੇ ਦੇ ਵਿੱਚ ਥਾਟ ਆਈ ਹੈ ਨਾ, ਉਸ ਨੂੰ ਹੂਬਹੂ ਉਸੇ ਸ਼ੇਨਾਂ ਦੇ ਵਿੱਚ ਲਿਖਿਆ ਜਾ ਸਕਦਾ ਹੋਵੇ, ਬਹੁਤ ਵਧੀਆ। ਔਰ ਹੋ ਸਕਦਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵੀ ਹੋ ਜਾਵੇ ਵੀ ਜਿਹੜੀਆਂ ਤੁਹਾਡੀਆਂ ਸਿਰਫ ਸੋਚ ਹੀ ਆਈ ਹੈ ਜਾਂ ਥਾਟ ਹੀ ਆਈ ਹੈ ਜਾਂ ਸੁਪਨਾ ਹੀ ਆਇਆ, ਉਸ ਨੂੰ ਵੀ ਅਸੀਂ ਮਤਲਬ ਕਿ ਲਿਖ ਸਕਦੇ ਹੋਈਏ ਜਾਂ ਰਿਕਾਰਡ ਕਰ ਸਕਦੇ ਹੋਈਏ ਵਿਦਆਊਟ ਬੋਲਿਆਂ। ਅਤੇ ਪਰ ਘੱਟੋ ਘੱਟ ਇਹ ਜ਼ਰੂਰ ਹੋਣਾ ਚਾਹੀਦਾ ਵੀ ਉਹ ਰਾਈਟ ਵੇ, ਜਿਹੜੀ ਵੀ ਤੁਹਾਡੇ ਦੇ ਦਿਮਾਗ ਦੇ ਵਿੱਚ ਕੋਈ ਸਤਰ ਆਈ ਹੈ, ਤੁਸੀਂ ਇੱਕ ਬਟਨ ਨੱਪੋ ਅਤੇ ਉਹ ਉਸੇ ਰੂਪ ਦੇ ਵਿੱਚ ਲਿਖੀ ਜਾ ਸਕਦੀ ਹੋਵੇ। ਅਤੇ ਇਹਦੇ ਨਾਲ ਬਹੁਤ, ਕਿਉਂਕਿ ਬਹੁਤ ਸਾਰੇ ਘੋਲੀ ਬੰਦੇ, ਬਹੁਤ ਸਾਰੇ ਹੋਰ ਕੰਮ ਕਾਜਾਂ 'ਚ ਉਲਝੇ ਬੰਦੇ ਜੋ ਕਵਿਤਾ ਦੀ ਸਤਰ ਨੂੰ ਬਾਅਦ 'ਚ ਵਸਾਰ ਦਿੰਦੇ ਆ, ਉਹ ਕਈ ਸਾਰੀਆਂ ਅਣਲਿਖੀਆਂ ਕਵਿਤਾਵਾਂ ਹੀ ਰਹਿ ਜਾਂਦੀਆਂ, ਅਣਲਿਖੀਆਂ ਥਾਟਾਂ ਹੀ ਰਹਿ ਜਾਂਦੀਆਂ। ਔਰ ਇਸ ਦਾ ਸਮਾਧਾਨ ਦੱਸੋ। ਥੈਂਕ ਯੂ ਜੀ।